ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਣ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ ਗੁਰ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰਾ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਗੁਰ ਰਾਮਦਾਸ ਗੁਣ ਗਾਵ ਗੁਰ ਅਰਜਨ ਬਿਘਨ ਕੇ ਨਾਸਕ ਬਿਘਨ ਕੇ ਨਾਸਕ ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਾਉਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੁ ਤਾਰਾ ਪਾਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਤਰੁ ਤਾਰਾ ਪਾਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਇਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਇਕ ਓੰਕਾਰ ਸਤਿਗੁਰੂ
ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ ਸਰਬ ਸ਼ਕਤ ਮਾਲਕ ਗੁਰ ਪੂਰਾ। ਜੈ ਸਿਮਰੇ ਸਭ ਥਾਨ ਹਜ਼ੂਰਾ। ਹਮਰੋ ਪ੍ਰੇਮ ਪਰਨ ਨਿਰਬਾਹੈ। ਪਾਨ ਹਰਹਿ ਲਾਇਕ ਨਿਜ ਚਾਹੈ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਹਰ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ 6ਵੇਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬ ਸ਼ਕਤ ਮਾਲਕ ਗੁਰ ਪੂਰਾ। ਜਹ ਸਿਮਰੇ ਸਭ ਥਾਨ ਹਜ਼ੂਰਾ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਿਵੇਂ ਕੱਲ ਪਿਛਲੇ ਪ੍ਰਕਰਨਾਂ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ, ਭਾਈ ਸਾਧੂ ਤੇ ਭਾਈ ਰੂਪਾ ਜੀ ਦੋਵੇਂ ਪਿਓ ਪੁੱਤਰ ਜੰਗਲ ਦੇ ਵਿੱਚ ਲੱਕੜਾਂ ਵੱਢਣ ਗਏ ਨੇ। ਇੱਕ ਮਸ਼ਕ ਨਾਲ ਪਾਣੀ ਦੀ ਭਰੀ ਹੋਈ ਹੈ ਕਿ ਜਿਹਨੂੰ ਜੰਡ ਦੇ ਰੁੱਖ ਥੱਲੇ ਟੰਗ ਦਿੱਤਾ ਹੈ। ਗਰਮੀ ਦੇ ਵਿੱਚ ਰੁੱਖ ਵੱਢਦੇ, ਜਦੋਂ ਪਿਆਸ ਲੱਗੀ ਪਾਣੀ ਪੀਣ ਲੱਗੇ ਔਰ ਪਾਣੀ ਜਿਹੜਾ ਸੀ ਜਲ, ਭਾਈ ਰੂਪੇ ਜੀ ਨੇ ਅੱਗੇ ਹੋ ਕੇ ਦੇਖਿਆ ਕਿ ਛੇਤੀ ਨਾਲ ਪਿਤਾ ਜੀ ਨੂੰ ਪਿਆਵਾਂ, ਪਰ ਜਦੋਂ ਜਲ ਨੂੰ ਹੱਥ ਲਾਇਆ ਠੰਡਾ ਬਹੁਤ ਸੀ। ਔਰ ਮਨ ਵਿੱਚ ਵਿਚਾਰ ਆ ਗਈ ਕਿ ਇੰਨਾ ਠੰਡਾ ਇੰਨਾ ਨਿਰਮਲ ਪਾਣੀ, ਇਹ ਤਾਂ ਕਿਤੇ ਗੁਰੂ ਸਾਹਿਬ ਜੀ ਕਿਰਪਾ ਕਰਨ ਆ ਕੇ ਛਕਣ, ਉਹਨਾਂ ਦੇ ਛਕਣ ਦੇ ਯੋਗ ਹੈ। ਔਰ ਦੋਵੇਂ ਪਿਓ ਪੁੱਤਰਾਂ ਨੇ ਉਹ ਪਾਣੀ ਜਿਹੜਾ ਜਲ ਛਕਿਆ ਨਹੀਂ। ਕੁਝ ਸਮਾਂ ਬੈਠੇ ਫਿਰ ਲੱਕੜਾਂ ਵੱਢਣ ਲੱਗੇ, ਪਰ ਘੜੀ ਕੁ ਲਾਈ, ਗਰਮੀ ਬਹੁਤੀ ਸੀ, ਫਿਰ ਵਾਪਸ ਆ ਗਏ। ਔਰ ਪਾਣੀ ਤੋਂ ਇੰਨੇ ਕੁ ਵਿਆਕੁਲ ਹੋ ਗਏ ਕਿ ਉਹਨਾਂ ਦਾ ਗਲਾ ਸੁੱਕ ਗਿਆ, ਬੁੱਲ ਸੁੱਕ ਗਏ। ਦੋਵਾਂ ਤੋਂ ਬੋਲਿਆ ਨਹੀਂ ਜਾਂਦਾ, ਹੌਲੀ ਹੌਲੀ ਬੋਲਦੇ ਨੇ। ਤੇ ਭਾਈ ਸਾਧੂ ਆਪਣੇ ਪੁੱਤਰ ਨੂੰ ਫਿਰ ਕਹਿੰਦਾ ਹੈ ਕਿ ਇਹ ਜਲ ਤੇ ਗੁਰੂ ਸਾਹਿਬ ਦੇ ਪੀਣ ਦੇ ਯੋਗ ਹੀ ਹੈ, ਪਰ ਪੁੱਤਰ ਗੁਰੂ ਸਾਹਿਬ ਜੀ ਏਡੀ ਦੂਰ ਜਲ ਛਕਣ ਵਾਸਤੇ ਕਿਵੇਂ ਆਉਣਗੇ, ਕਿਉਂਕਿ ਦੁਪਹਿਰ ਹੋ ਗਈ, ਇੰਨੀ ਗਰਮੀ ਹੈ, ਗਰਮੀ 'ਚ ਸਤਿਗੁਰੂ ਜੀ ਆਉਣਗੇ ਕਿਵੇਂ। ਔਰ ਭਾਈ ਰੂਪੇ ਨੇ ਫਿਰ ਆਪਣੇ ਪਿਤਾ ਨੂੰ ਨਾਲੇ ਭਰੋਸਾ ਦਿੰਦਿਆਂ ਹੋਇਆ ਕਿਹਾ ਕਿ ਅਸੀਂ ਗੁਰੂ ਕੇ ਸਿੱਖ ਹਾਂ, ਸਾਨੂੰ ਐਵੇਂ ਦੀ ਸ਼ੰਕਾ ਨਹੀਂ ਕਰਨੀ ਚਾਹੀਦੀ, ਕਿਉਂਕਿ ਗੁਰੂ ਸਾਹਿਬ ਜੀ ਸਮਰੱਥ ਨੇ, ਉਹ ਜੋ ਚਾਹਣ ਉਹ ਕਰ ਸਕਦੇ ਨੇ। ਔਰ ਇਹ ਭਰੋਸਾ ਰੱਖਣਾ ਚਾਹੀਦਾ ਗੁਰੂ ਸਾਹਿਬ ਜੀ ਨੂੰ। ਤੇ ਅੱਗੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਈ ਰੂਪਾ ਜੀ ਆਪਣੇ ਪਿਤਾ ਜੀ ਨੂੰ ਕਹਿ ਰਹੇ ਨੇ, ਸਰਬ ਸ਼ਕਤ ਮਾਲਕ ਗੁਰ ਪੂਰਾ। ਜਹ ਸਿਮਰੇ ਸਭ ਥਾਨ ਹਜ਼ੂਰਾ। ਕਿ ਪਿਤਾ ਜੀ ਸਾਡੇ ਸਤਿਗੁਰੂ ਸਾਰੀਆਂ ਸ਼ਕਤੀਆਂ ਦੇ ਮਾਲਕ ਨੇ, ਉਹਨਾਂ ਨੂੰ ਜਿੱਥੇ ਵੀ ਕੋਈ ਸਿੱਖ ਸਿਮਰਦਾ ਹੈ, ਜਿਹੜੀ ਵੀ ਥਾਂ 'ਤੇ ਚੇਤੇ ਕਰ ਦਿਓ, ਉੱਥੇ ਹਾਜ਼ਰ ਨਾਜ਼ਰ ਹੁੰਦੇ ਨੇ। ਹਮਰੋ ਪ੍ਰੇਮ ਪਰਨ ਨਿਰਬਾਹੈ। ਪਾਨ ਕਰਹਿ ਲਾਇਕ ਨਿਜ ਚਾਹੈ। ਅਸੀਂ ਜਿਹੜਾ ਪ੍ਰਣ ਕੀਤਾ ਕਿ ਇਹ ਜਲ ਗੁਰੂ ਸਾਹਿਬ ਜੀ ਛਕਣਗੇ,
ਸਤਿਗੁਰੂ ਜੀ ਸਾਡੇ ਪ੍ਰੇਮ ਨੂੰ ਵੇਖ ਕੇ ਜ਼ਰੂਰ ਇਹ ਜਲ ਛਕਣਗੇ, ਸਾਡੇ ਪ੍ਰਣ ਨੂੰ ਜ਼ਰੂਰ ਪੂਰਾ ਕਰਨਗੇ। ਇਮ ਕਹਿ ਗਏ ਕਾਰ ਕੋ ਕਰਬੇ, ਕਰੇ ਨਾ ਗਏ ਹਟੇ ਪੁਨ ਪਰਬੇ। ਇਸ ਤਰ੍ਹਾਂ ਕਹਿ ਕੇ ਆਪਣੇ ਕੰਮ ਦੇ ਵਿੱਚ ਫਿਰ ਚਲੇ ਗਏ ਕਿ ਚੱਲ ਥੋੜ੍ਹੀਆਂ ਬਹੁਤੀਆਂ ਲੱਕੜਾਂ ਹੋਰ ਵੱਢੀਏ, ਪਰ ਪਿਆਸ ਬਹੁਤੀ ਜ਼ਿਆਦਾ ਸੀ, ਕੰਮ ਹੋਇਆ ਨਹੀਂ, ਕੁਹਾੜਾ ਚੱਲਿਆ ਹੀ ਨਹੀਂ। ਵਾਪਸ ਹਟ ਕੇ ਫਿਰ ਉੱਥੇ ਜੰਡ ਥੱਲੇ ਆ ਗਏ। ਭਏ ਤ੍ਰਿਖਾਤੁਰ ਲੱਕਰੇ ਕਾਟੇ, ਸੂਕ ਹੋਟ ਲਾਗ ਮੁਖ ਲਾਟੇ। ਕਿਉਂਕਿ ਇੱਕ ਗਰਮੀ ਉੱਤੋਂ ਲੱਕੜਾਂ ਵੱਢਣੀਆਂ, ਲੂ ਚੱਲਦੀ ਪਈ ਹੈ, ਪਿਆਸ ਇੰਨੀ ਲੱਗੀ ਕਿ ਗਲਾ ਸੁੱਕ ਗਿਆ, ਬੁੱਲ ਸੁੱਕ ਗਏ। ਅਤਿ ਸੀਤਲ ਜਲ ਉੱਤਮ ਜਾਨ, ਚਹਿਤ ਕਰਾਇਓ ਸ੍ਰੀ ਗੁਰਪਾਨ। ਕਿਉਂਕਿ ਮਨ ਦੇ ਵਿੱਚ ਇਹ ਆ ਹੀ ਗਿਆ ਕਿ ਇਹ ਅਤਿ ਉੱਤਮ ਜਲ ਹੈ, ਬੜਾ ਸੀਤਲ ਹੈ, ਗੁਰੂ ਸਾਹਿਬ ਵੀ ਛਕਣ। ਔਰ ਚਾਹੁੰਦੇ ਨੇ ਗੁਰੂ ਸਾਹਿਬ ਨੂੰ ਪਹਿਲੋਂ ਛਕਾਈਏ ਫਿਰ ਅਸੀਂ ਛਕੀਏ। ਖਿੰਨ ਬਦਨ ਮਨ ਉਮੰਗ ਵਡੇਰੇ, ਪਿਤਾ ਪੁੱਤਰ ਵਿਆਕੁਲ ਤਿਸ ਬੇਰੇ। ਕਹਿੰਦੇ ਚਿਹਰਾ ਕੁਮਲਾ ਗਿਆ, ਪਰ ਮਨ ਵਿੱਚ ਉਮੰਗ ਵੱਡੀ ਸੀ, ਉਤਸ਼ਾਹ ਵੱਡਾ ਸੀ ਕਿ ਗੁਰੂ ਸਾਹਿਬ ਜਿੱਥੇ ਆਉਣਗੇ ਪਿਓ ਪੁੱਤਰ ਦੋਵੇਂ ਜਿਹੜੇ ਨੇ ਜਲ ਤੋਂ ਵਿਆਕੁਲ ਹੋ ਗਏ, ਬੜੀ ਪਿਆਸ ਲੱਗੀ ਹੈ। ਸ੍ਰੀ ਹਰਗੋਬਿੰਦ ਮੰਦਰ ਅੰਦਰ, ਥਿਰੇ ਪ੍ਰੰਕ ਪੀਠ ਮ੍ਰਿਦ ਸੁੰਦਰ। ਉਧਰੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਭਾਈ ਸਾਈਂ ਦਾਸ ਦੇ ਘਰ ਦੁਪਹਿਰ ਦੇ ਸਮੇਂ ਪਲੰਗ ਦੇ ਨਾਲ ਪਿੱਠ ਲਾ ਕੇ ਢੋਲ ਲਾ ਕੇ ਬੈਠੇ ਹੋਏ ਨੇ। ਖਸ ਟਾਟੇ ਕੀਨੇ ਛਿਰਕਾਵ, ਜਲ ਸਿੰਚਤ ਸੀਤਲ ਮਹਿਕਾਵ। ਭਾਈ ਸਾਈਂ ਦਾਸ ਨੇ, ਬੀਬੀ ਰਾਮੋ ਜੀ ਨੇ ਉੱਠੇ ਠੰਡੇ ਜਲ ਦਾ ਜਿਹੜਾ ਸੀ ਛਿੜਕਾਅ ਕੀਤਾ ਹੋਇਆ ਸੀ। ਔਰ ਉੱਥੇ ਚਾਰ ਚੁਫੇਰੇ ਜਿਹੜੇ ਨੇ ਖਸ ਦੀ ਟਾਟੀ ਲਾਈ ਹੋਈ ਸੀ। ਖਸ ਜਿਹਨੂੰ ਆਪਾਂ ਕਹਿ ਲਿਆ ਜੀ ਜਿਵੇਂ ਕੂਲਰਾਂ ਦੇ ਵਿੱਚ ਘਾਹ ਲਾਇਆ ਜਾਂਦਾ ਹੈ, ਇਸ ਤਰ੍ਹਾਂ ਦਾ ਘਾਹ ਬਣਾ ਕੇ ਉਹਦੇ 'ਤੇ ਛਿੜਕਾਅ ਕੀਤਾ ਕਿ ਹਵਾ ਥੋੜ੍ਹੀ ਬਹੁਤੀ ਜਿਹੜੀ ਆਵੇ, ਲੂਣ ਆਵੇ, ਠੰਡੀ ਆਵੇ। ਅੰਦਰ ਛਿੜਕਾਅ ਹੈ, ਬੜਾ ਸੋਹਣਾ ਛਿੜਕਾਅ ਕੀਤਾ ਹੈ, ਮਹਿਕਾਂ ਛਿੜਕੀਆਂ ਹੋਈਆਂ ਨੇ। ਗੁਰੂ ਸਾਹਿਬ ਜੀ ਦੁਪਹਿਰ ਦੇ ਸਮੇਂ ਆਰਾਮ ਕਰਦੇ ਨੇ। ਅਰਕ ਗੁਲਾਬਣ ਕੰਧ ਉਲੀਚੇ, ਅਤਰ ਸੁਗੰਧਤ ਬਸਤਰਨ ਬੀਚੇ। ਸੋਹਣੇ ਬਸਤਰ ਵਿਛਾਏ ਹੋਏ ਨੇ। ਭਾਈ ਸਾਈਂ ਦਾਸ ਨੇ ਸੁਣੀਆਂ ਅਤਰਾਂ ਖੁਸ਼ਬੂਆਂ ਜਿਹੜੀਆਂ ਉਹ ਛਿੜਕੀਆਂ ਹੋਈਆਂ ਸਨ। ਰਾਮੋ ਖਰੇ ਬਿਜਨ ਕੋ ਕਰੈ, ਸਾਈਂ ਦਾਸੇ ਬਾਤ ਉਚਰੈ। ਬੀਬੀ ਰਾਮੋ ਜੀ ਖਲੋ ਕੇ ਪੱਖਾ ਚੱਲ ਰਹੇ ਨੇ, ਭਾਈ ਸਾਈਂ ਦਾਸ ਜੀ ਕੋਲ ਖੜੇ ਨੇ, ਉਹ ਹੱਥ ਜੋੜ ਕੇ ਗੱਲਾਂ ਬਾਤਾਂ ਕਰ ਰਹੇ ਨੇ। ਕਰੇ ਪ੍ਰੇਮ ਨੇ ਖੈਂਚ ਵਡੇਰੇ, ਸਭ ਕੁਛ ਤਿਆਗ ਦੇਣ ਤਿਸ ਬੇਰੀ। ਪਰ ਭਾਈ ਸਾਧੂ ਤੇ ਭਾਈ ਰੂਪੇ ਦੇ ਪ੍ਰੇਮ ਨੇ ਖਿੱਚ ਬੜੀ ਪਾਈ ਕਿ ਉਹ ਪਾਣੀ ਤੋਂ ਖੂਨ ਇਸ ਤਰ੍ਹਾਂ ਹੋਏ ਪਏ ਨੇ, ਜੇ ਪਾਣੀ ਨਾ ਮਿਲਿਆ ਤੇ ਜਾਨ ਜਾ ਸਕਦੀ ਹੈ। ਅੰਦਰ ਖੁਸ਼ਕ ਹੋਇਆ ਪਿਆ ਹੈ, ਪਰ ਪਾਣੀ ਪੀਣਾ ਨਹੀਂ, ਜਲ ਉਦੋਂ ਛਕਣਾ ਜਦੋਂ ਗੁਰੂ ਸਾਹਿਬ ਜੀ ਆ ਕੇ ਛਕਣਗੇ। ਅੰਦਰ ਪ੍ਰੇਮ ਦੇ ਖਿੱਚ ਇੰਨੀ ਪਈ, ਗੁਰੂ ਸਾਹਿਬ ਜੀ ਨੇ ਉਹ ਪਲੰਗ ਛੱਡਿਆ, ਹਵਾ ਛੱਡੀ, ਉਹ ਠੰਡਕ ਛੱਡੀ, ਸਾਰਾ ਕੁਝ ਛੱਡ ਦਿੱਤਾ। ਕਹਿਤ ਸ਼ਿਗਰ ਹੀ ਜ਼ੀਨ ਪਵਾਇਓ, ਚੜ੍ਹਬੇ ਹੇਤ ਤੁਰੰਗ ਮੰਗਾਇਓ। ਸਤਿਗੁਰੂ ਜੀ ਕਹਿੰਦੇ ਨੇ ਸਾਈਂ ਦਾਸ ਜੀ, ਭਾਈ ਜੀ ਕਹਿੰਦੇ ਘੋੜਾ ਮੰਗਾਓ, ਛੇਤੀ ਦੇ ਨਾਲ ਕਾਠੀ ਪਵਾ ਲਓ ਜਿਵੇਂ ਦੀ ਵੀ ਹੈ। ਘੋੜਾ ਆ ਗਿਆ। ਭਏ ਏਕਾਕੇ ਤਬ ਅਸਵਾਰ, ਨਹਿ ਦਾਸਣ ਦੁੱਖ ਸਕੇ ਸਹਾਰ। ਆਪਣੇ ਦਾਸਾਂ ਦਾ ਪ੍ਰੇਮ ਵੇਖ ਕੇ ਉਹਨਾਂ ਦੇ ਦੁੱਖ ਨੂੰ ਸਹਾਰ ਨਹੀਂ ਸਕੇ। ਗੁਰੂ ਸਾਹਿਬ ਜੀ ਨੇ ਨਾਲ ਕੋਈ ਸਿੱਖ ਨਹੀਂ ਲਿਆ, ਕੋਈ ਸੇਵਕ ਨਹੀਂ ਲਿਆ, ਇਕੱਲੇ ਘੋੜੇ 'ਤੇ ਸਵਾਰ ਹੋ ਗਏ। 30 ਕੋਸ ਪਹੁੰਚੇ ਛਿਨ ਮਾਹੀ, ਹੋਏ ਤ੍ਰਿਖਾਤੁਰ ਇਤ ਉਤ ਜਾਹੀ। ਸਤਿਗੁਰੂ ਜੀ ਉੱਥੋਂ ਕਿਸੇ ਸੇਵਕ ਨੂੰ ਨਾਲ ਨਹੀਂ ਲਿਆ, ਕਿਸੇ ਨੂੰ ਦੱਸਿਆ ਨਹੀਂ ਕਿੱਥੇ ਚੱਲੇ ਹਾਂ, ਤੇਜ਼ੀ ਦੇ ਨਾਲ ਨਿਕਲੇ। ਔਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਖਿਣ ਵਿੱਚ ਹੀ 30 ਕੋਹ ਦਾ ਪੈਂਡਾ ਤੈਅ ਕਰਕੇ ਉਸ ਜੰਗਲ ਵਿੱਚ ਪਹੁੰਚ ਗਏ। ਅਤੇ ਜੰਗਲ ਵਿੱਚ ਪਹੁੰਚੇ ਇਸ ਤਰ੍ਹਾਂ, ਹੋਏ ਤ੍ਰਿਖਾਤੁਰ ਇਤ ਉਤ ਜਾਹੀ, ਕਿ ਜਿਵੇਂ 30 ਕੋਹ ਭੱਜ ਕੇ ਆਏ ਹੋਣ।
ਇਸ ਤਰ੍ਹਾਂ ਗਰਮੀ ਦੇ ਵਿੱਚ ਆਪਣੀ ਹਾਲਤ ਵੀ ਗੁਰੂ ਸਾਹਿਬ ਜੀ ਨੇ ਇਵੇਂ ਦੀ ਬਣਾਈ ਕਿ ਬੜੀ ਤਰੇ ਲੱਗੀ ਹੈ। ਜਿਮ ਜਲ ਪ੍ਰਾਪਤ ਕਹੂ ਨਾ ਹੋਵਾ, ਜੰਗਲ ਵਿਖੇ ਭਰਮਤ ਥਲ ਜੁਵਾ। ਸਤਿਗੁਰੂ ਜੀ ਜੰਗਲ ਦੇ ਵਿੱਚ ਭਾਵੇਂ ਸਭ ਕੁਝ ਜਾਣਦੇ ਨੇ, ਪਰ ਇਵੇਂ ਫਿਰਦੇ ਨੇ ਕਿ ਜਿਵੇਂ 30 ਕੋਹ ਤੋਂ ਚੱਲ ਕੇ ਆਏ, ਬੜਾ ਸਮਾਂ ਲੱਗਿਆ ਤੇ ਜਲ ਦੀ ਪਿਆਸ ਬੜੀ ਹੈ, ਜਲ ਕਿਤੋਂ ਮਿਲ ਨਹੀਂ ਰਿਹਾ। ਪਿਤਾ ਪੂਤ ਵਿਆਕੁਲ ਛਿਤ ਪਰੇ, ਸ਼ੁਸ਼ਕ ਬਦਨ ਓਸ਼ਟ ਜੁਗ ਜੁਰੇ। ਉਧਰ ਪਿਓ ਪੁੱਤਰ ਦੋਵੇਂ ਜੰਡ ਦੇ ਥੱਲੇ ਵਿਆਕੁਲ ਹੋਏ ਪਏ ਨੇ, ਗਲਾ ਸੁੱਕਿਆ ਹੋਇਆ, ਮੂੰਹ ਸੁੱਕਿਆ ਹੋਇਆ, ਬਸ ਇਸ ਤਰ੍ਹਾਂ ਕਿ ਹੁਣੇ ਬੇਹੋਸ਼ ਹੋਣ ਵਾਲੇ ਨੇ ਜਿਵੇਂ। ਇੱਕ ਸਤਿਗੁਰ ਕੇ ਆਸਾ ਲਾਗੇ, ਪਾਣ ਪਿਆਵਣ ਪਰ ਅਨੁਰਾਗੇ। ਪਰ ਸਿਰਫ ਇੱਕ ਆਸ ਤੇ ਬੈਠੇ ਹੋਏ ਨੇ ਕਿ ਗੁਰੂ ਸਾਹਿਬ ਜੀ ਆਉਣਗੇ, ਉਹਨਾਂ ਨੂੰ ਜਲ ਛਕਾਉਣਾ ਹੈ, ਕਿਉਂਕਿ ਸਤਿਗੁਰੂ 'ਤੇ ਆਸ ਰੱਖਣੀ ਔਰ ਬੜੀ ਵੱਡੀ ਆਸ ਹੈ। ਭਗਤ ਰਵਿਦਾਸ ਜੀ ਤੇ ਇੱਥੋਂ ਤੱਕ ਕਹਿੰਦੇ ਨੇ ਕਿ ਆਸ ਰੱਖ ਕੇ ਹੁਣ ਤੱਕ ਬੈਠੇ ਹੋਏ ਆ, ਬਹੁਤ ਜਨਮ ਬਿਸਰੇ ਤੇ ਮਾਧੋ, ਇਹ ਜਨਮ ਤੁਮਾਰੇ ਲਿਖੇ, ਕਹਿ ਰਵਿਦਾਸ ਆਸ ਲੱਗ ਜੀਵੋ। ਚਿਰ ਭਇਓ ਦਰਸ਼ਨ ਦੇਖਿਓ, ਕਿਉਂਕਿ ਆਸ ਤੇ यहाँ ਕਿਤੇ ਤੇ ਦਰਸ਼ਨ ਹੋਣਗੇ। ਆਸ ਰੱਖੀ ਕਿ ਗੁਰੂ ਸਾਹਿਬ ਜੀ ਆਉਣਗੇ। ਪੂਰਬ ਅਰਪ ਦੇਨ ਜਲ ਸ਼ੀਤਲ, ਬਿਨ ਗੁਰ ਪੀਏ ਨਾ ਹਠਤਰ ਹੀਤਲ। ਕਿਉਂਕਿ ਦੋਵੇਂ ਪਿਓ ਪੁੱਤਰ ਇਹ ਵਿਚਾਰ ਕਰਦੇ ਨੇ, ਇਹ ਜਲ ਤੇ ਅਸੀਂ ਗੁਰੂ ਸਾਹਿਬ ਨੂੰ ਪਿਆ ਹੀ ਚੁੱਕੇ ਹਾਂ, ਉਹਨਾਂ ਨੂੰ ਅਰਪਣ ਕਰ ਹੀ ਦਿੱਤਾ ਹੈ। ਇਹ ਜਲ ਤੋਂ ਹੁਣ ਗੁਰੂ ਸਾਹਿਬ ਜੀ ਛਕਣਗੇ ਤੇ ਤਾਂ ਹੀ ਅਸੀਂ ਪੀ ਸਕਦੇ ਹਾਂ। ਪ੍ਰਾਣ ਅੰਤ ਲੋ ਪ੍ਰੇਮ ਨਿਬਾਹਾ, ਕਿਮ ਗੁਰ ਨਹਿ ਆਵੇ ਤਿਨ ਪਾਹਾ। ਇਹਨਾਂ ਨੇ ਤੇ ਇੰਨਾ ਪ੍ਰੇਮ ਵਿਖਾਇਆ ਕਿ ਹੁਣ ਪ੍ਰਾਣ ਤੇ ਭਾਵੇਂ ਨਿਕਲ ਜਾਣ, ਕਿਉਂਕਿ ਧਰਤੀ ਤੋਂ ਹੁਣ ਲੇਟੇ ਹੋਏ ਨੇ, ਉੱਠਣ ਜੋਗੇ ਕੋਈ ਨਹੀਂ। ਜੰਗਲ ਦੇ ਵਿੱਚ ਉੱਥੇ ਕਿਹੜਾ ਕਿਸੇ ਨੇ ਆ ਕੇ ਪੁੱਛਣਾ ਸੀ ਉੱਠੋ ਪਾਣੀ ਪੀਈਏ। ਕਿ ਪ੍ਰਾਣ ਚਲੇ ਜਾਣ, ਆਖਰੀ ਪ੍ਰਾਣਾ ਤੱਕ ਪਿਆਰਾ ਪ੍ਰੇਮ ਕੀਤਾ। ਔਰ ਗੁਰੂ ਸਾਹਿਬ ਜੀ ਇੰਨਾ ਪ੍ਰੇਮ ਵੇਖ ਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਕਿਮ ਗੁਰ ਨਹਿ ਆਵੇ ਤਿਨ ਪਾਹਾ। ਗੁਰੂ ਸਾਹਿਬ ਜੀ ਕਿਉਂ ਨਾ ਉਹਨਾਂ ਦੇ ਕੋਲ ਆਉਂਦੇ। ਦੇਖ ਦੂਰ ਤੇ ਦੋਇਣ ਦਾਸਾ, ਉੱਚੇ ਸਤਿਗੁਰੂ ਬਾਗ ਪ੍ਰਕਾਸ਼ਾ। ਸਤਿਗੁਰੂ ਜੀ ਨੇ ਦੂਰੋਂ ਆਪਣੇ ਦੋਵਾਂ ਸਿੱਖਾਂ ਨੂੰ ਦੇਖਿਆ, ਭਾਈ ਸਾਧੂ ਤੇ ਰੂਪੇ ਨੂੰ, ਔਰ ਗੁਰੂ ਸਾਹਿਬ ਨੇ ਉੱਚੀ ਆਵਾਜ਼ ਦੇ ਵਿੱਚ ਕਿਹਾ, ਕੋ ਤੁਮ ਪਰੇ ਬਤਾਵੋ ਹਮੈ, ਤ੍ਰਿਖਾ ਬਿਖਾਦ ਦੇਤ ਇਹੋ ਸਮੈ। ਸਤਿਗੁਰੂ ਜੀ ਉੱਚੀ ਆਵਾਜ਼ ਵਿੱਚ ਕਹਿੰਦੇ ਨੇ, ਭਾਈ ਕੌਣ ਪਿਆ ਜੇ, ਪਿਆਸ ਬੜੀ ਲੱਗੀ ਹੈ। ਇਸ ਪਿਆਸ ਨੇ, ਗਰਮੀ ਨੇ ਵਿਆਕੁਲ ਕੀਤਾ ਹੋਇਆ ਹੈ ਕਿ ਜਲ ਛਕਾਓਗੇ, ਉੱਠੋ ਕੌਣ। ਜਲ ਜੰਗਲ ਮੈਂ ਨਾ ਹਿਨ ਪਾਵੈ, ਖੋਜਤ ਫਿਰੈ ਹਾਥ ਨਹਿ ਆਵੈ। ਸਤਿਗੁਰੂ ਜੀ ਉੱਚੀ ਆਵਾਜ਼ ਵਿੱਚ ਕਹਿੰਦੇ ਨੇ, ਭਾਈ ਅਸੀਂ ਕਦੇ ਦੇ ਜੰਗਲ ਦੇ ਵਿੱਚੋਂ ਜਲ ਲੱਭ ਰਿਹਾ, ਪਰ ਛਕਣ ਵਾਲਾ ਜਲ ਕਿਤੋਂ ਮਿਲੇ ਨਹੀਂ, ਹੱਥ ਹੀ ਨਹੀਂ ਲੱਗਿਆ। ਸੁਣ ਗੁਹਾਰ ਕੋ ਆਂਖ ਉਘਾਰੇ, ਉੱਠ ਸਾਧੂ ਵਿਆਕੁਲ ਤਿਖ ਭਾਰੇ। ਗੁਰੂ ਸਾਹਿਬ ਦੀ ਆਵਾਜ਼ ਸੁਣ ਕੇ ਭਾਈ ਸਾਧੂ ਨੇ ਥੋੜ੍ਹੀ ਜਿਹੀ ਹੋਸ਼ ਕੀਤੀ, ਅੱਖ ਖੋਲ੍ਹੀ, ਕਿਉਂਕਿ ਵਿਆਕੁਲ ਹੋਏ ਸਨ। ਤੇ ਇਸ ਤਰ੍ਹਾਂ ਦੇ ਹੋਏ ਸਨ ਕਿ ਹੁਣ ਸਵਾਸ ਨਿਕਲ ਜਾਣੇ ਨੇ। ਵਿਆਕੁਲ ਹੋਏ ਨੇ, ਥੋੜ੍ਹੀ ਜਿਹੀ ਅੱਖ ਖੋਲ੍ਹ ਕੇ ਦੇਖਿਆ ਹੈ। ਕੌਣ ਪੁਕਾਰਤ ਜੰਗਲ ਮਾਹੀ, ਜੇਠ ਦੁਪਹਿਰੇ ਥਿਰ ਕਿਉਂ ਨਾਹੀ। ਕਿ ਇਹ ਇੰਨੇ ਦੁਪਹਿਰੇ ਜੰਗਲ ਦੇ ਵਿੱਚ ਆਵਾਜ਼ਾਂ ਕੌਣ ਮਾਰਦਾ ਹੈ, ਕਿ ਸਾਡੇ ਤਰ੍ਹਾਂ ਇਹਨੂੰ ਵੀ ਟਿਕਾ ਕੋਈ ਨਹੀਂ। ਇਹ ਇੰਨੀ ਦੁਪਹਿਰੀ, ਇੰਨੀ ਗਰਮੀ ਦੇ ਵਿੱਚ ਜੰਗਲ ਦੇ ਵਿੱਚ ਕੌਣ ਆਇਆ ਹੈ, ਇਹ ਘਰ ਦੇ ਵਿੱਚ ਕਿਉਂ ਨਹੀਂ ਟਿਕਿਆ। ਚੜੇ ਤੁਰੰਗ ਪਰ ਆਵਤ ਹੇਰੇ, ਸ੍ਰੀ ਹਰਿ ਗੋਬਿੰਦ ਹੈ ਇਸ ਬੇਰੇ। ਪਰ ਭਾਈ ਸਾਧੂ ਨੇ ਜਦੋਂ ਥੋੜ੍ਹੀ ਜਿਹੀ ਧੌਣ ਉੱਤੇ ਕਰਕੇ ਦੇਖਿਆ ਕਿ ਘੋੜੇ 'ਤੇ ਚੜ੍ਹੇ ਹੁੰਦੇ ਨੇ, ਔਰ ਉਹ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਜਿਹੜੇ ਜਲ ਮੰਗਦੇ, ਆਵਾਜ਼ ਮਾਰ ਕੇ ਕਹਿ ਰਹੇ ਨੇ ਜਲ ਪਿਆਓ। ਜਿਮ ਬਹੁ ਤਪਤ ਗਇਓ ਸੁਕਨੀਰ, ਅਲਪਤਾਲ ਜੁਗ ਮੀਣ ਸਰੀਰ। ਉਸ ਵੇਲੇ ਭਾਈ ਸਾਧੂ ਦੀ ਹਾਲਤ ਇਵੇਂ ਦੀ ਸੀ, ਗੁਰੂ ਸਾਹਿਬ ਦੇ ਦੂਰੋਂ ਦਰਸ਼ਨ ਕਰਕੇ ਨਾ,
ਕਵੀ ਸੰਤੋਖ ਸਿੰਘ ਜੀ ਨੇ ਉਦਾਹਰਣ ਦਿੱਤੀ ਕਿ ਜਿਵੇਂ ਕਿਸੇ ਤਲਾਅ ਦਾ ਛੱਪੜ ਦਾ ਪਾਣੀ ਸੁੱਕ ਜਾਏ ਤੇ ਫਿਰ ਪਾਣੀ ਤੋਂ ਬਾਅਦ ਜਿਹੜੀ ਮੱਛੀ ਤੜਪਦੀ ਹੈ ਨਾ, ਕਿ ਥੋੜ੍ਹਾ ਜਿਹਾ ਰਹਿ ਗਿਆ ਉਹਨੂੰ ਤੜਫਣ ਲੱਗਦੀ, ਉਹ ਵੀ ਗਰਮ ਹੋਇਆ। ਭਾਈ ਸਾਧੂ ਭਾਈ ਰੂਪਾ ਜੀ ਬਸ ਜਲ ਤੋਂ ਬਿਨਾਂ ਸੱਚਮੁੱਚ ਇਸੇ ਤਰ੍ਹਾਂ ਤੜਫ ਹੀ ਰਹੇ ਸਨ। ਤਰਫਤ ਇੱਕ ਪਰਮੇਸ਼ਰ ਆਸ, ਹੋਏ ਜਲ ਤਾਰ ਗੁਰ ਪਹੁੰਚੇ ਪਾਸ। ਤੇ ਮੱਛੀ ਸਿਰਫ ਇੱਕ ਪਰਮੇਸ਼ਰ ਦੀ ਆਸ 'ਤੇ ਤੜਫਦੀ ਹੈ ਕਿ ਰੱਬਾ ਹੁਣ ਕਰ ਥੋੜ੍ਹਾ ਬਹੁਤਾ ਮੀਂਹ ਤੇ ਪਾ। ਬਸ ਕਹਿੰਦੇ ਇਸੇ ਤਰ੍ਹਾਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਬੱਦਲ ਬਣ ਕੇ ਆਪ ਪਹੁੰਚੇ ਨੇ। ਜਥਾ ਕਮਲ ਜੁਗ ਕਾਮਤ ਪਾਏ, ਜਲ ਬੇਣ ਹੋਏ ਕਰਮ ਰਜਾਏ। ਦੂਸਰੀ ਉਦਾਹਰਨ ਦਿੰਦੇ ਨੇ, ਭਾਈ ਸਾਧੂ ਤੇ ਭਾਈ ਰੂਪੇ ਦੀ ਹਾਲਤ ਇਵੇਂ ਦੀ ਸੀ ਕਿ ਜਿਵੇਂ ਇੱਕ ਕੌਲ ਦਾ ਫੁੱਲ ਤੇ ਉਹਦੇ ਥੱਲੇ ਪਾਣੀ ਸੁੱਕ ਜੇ, ਚਿੱਕੜ ਸੁੱਕਣਾ ਸ਼ੁਰੂ ਹੋ ਜੇ ਤੇ ਉਹ ਮੁਰਝਾ ਜਾਂਦਾ ਹੈ। ਨਦੀ ਰੂਪ ਗੁਰ ਪਹੁੰਚੇ ਆਏ, ਬਿਨ ਜਲ ਪਾਨ ਉਠੇ ਹਰ ਖਾਏ। ਕਿ ਉਸ ਕਮਲਾਉਂਦੇ ਹੋਏ ਕਮਲ ਦੇ ਫੁੱਲ ਦੇ ਕੋਲ ਨਦੀ ਵੀ ਚੱਲ ਕੇ ਆ ਜੇ, ਕਿੱਥੇ ਤੇ ਪਾਣੀ ਬੂੰਦ ਵੀ ਨਹੀਂ ਸੀ, ਕਿੱਥੇ ਨਦੀ ਚੱਲ ਕੇ ਆ ਜੇ ਤੇ ਕੌਲ ਦਾ ਫੁੱਲ ਉਸੇ ਵੇਲੇ ਖਿੜ ਉੱਠਦਾ ਹੈ। ਕਹਿੰਦੇ ਇੱਥੇ ਗੁਰੂ ਸਾਹਿਬ ਜੀ ਨਦੀ ਬਣ ਕੇ ਆ ਗਏ। ਔਰ ਭਾਈ ਸਾਧੂ ਜਿਹੜਾ ਸੀ ਬਿਨਾਂ ਪਾਣੀ ਪੀਣ ਤੋਂ ਹੀ, ਹਜੇ ਜਲ ਛਕਿਆ ਤਾਂ ਨਹੀਂ ਨਾ ਜੀ, ਇੰਨੀ ਖੁਸ਼ੀ ਵਿੱਚ ਆਇਆ ਕਿ ਉੱਠ ਕੇ ਖਲੋ ਗਿਆ। ਜਿੰਦੇ ਤੋਂ ਬਹਿਣਾ ਵੀ ਔਖਾ ਹੋਇਆ ਸੀ, ਸਾਹ ਲੈਣਾ ਵੀ ਔਖਾ ਹੋ ਗਿਆ ਸੀ, ਉੱਠ ਕੇ ਖਲੋ ਗਿਆ। ਸੁਤ ਰੂਪੇ ਸੰਗ ਸਾਧੂ ਕਹਿਓ, ਉਠੋ ਗੁਰੂ ਮੈਂ ਆਵਤ ਲਹਿਓ। ਭਾਈ ਸਾਧੂ ਨੇ ਆਪਣੇ ਪੁੱਤਰ ਨੂੰ ਆਵਾਜ਼ ਮਾਰੀ ਕਿ ਪੁੱਤਰ ਰੂਪਿਆ ਉੱਠ। ਉਹ ਦੇਖ ਸਾਹਮਣੇ ਸਤਿਗੁਰੂ ਜੀ ਆਉਂਦੇ ਨੇ। ਭਏ ਤ੍ਰਿਖਾਤੁਰ ਜਾਚਤ ਨੀਰ, ਕਰੋ ਪਿਆਵਣ ਧਰ ਕਰ ਧੀਰ। ਭਾਈ ਸਾਧੂ ਜੀ ਕਹਿੰਦੇ ਨੇ ਪੁੱਤਰ ਉੱਠ, ਧੀਰਜ ਕਰ। ਉਹ ਦੇਖ ਗੁਰੂ ਸਾਹਿਬ ਜੀ ਨੂੰ ਬੜੀ ਪਿਆਸ ਲੱਗੀ ਹੈ, ਉਹ ਜਲ ਆਪ ਮੰਗਦੇ ਪਏ ਨੇ ਕਿ ਜਲ ਛਕਾਓ। ਮ੍ਰਿਤਕ ਸਮਾਨ ਹੁਤੋ ਮੁਰਝਾਇਓ, ਉੱਠਿਓ ਸੁਣਤ ਜਨ ਅਮੀ ਪਿਲਾਇਓ। ਔਰ ਭਾਈ ਰੂਪਾ ਦੀ ਤਾਂ ਹਾਲਤ ਇਵੇਂ ਦੀ ਸੀ ਜਿਵੇਂ ਕੋਈ ਮੁਰਦਾ ਪਿਆ ਹੋਵੇ। ਕਹਿੰਦੇ ਮ੍ਰਿਤਕ ਦੇ ਸਮਾਨ ਹੀ ਪਿਆ ਸੀ। ਪਰ ਇਹ ਆਵਾਜ਼ ਜਦੋਂ ਕੰਨਾਂ ਦੇ ਵਿੱਚ ਪਈ ਕਿ ਪੁੱਤਰ ਉੱਠ, ਗੁਰੂ ਸਾਹਿਬ ਜੀ ਆਏ ਨੇ, ਪਾਣੀ ਪਿਆਓ, ਤੇ ਕੰਨਾਂ ਦੇ ਵਿੱਚ ਇਹ ਆਵਾਜ਼ ਨਹੀਂ, ਭਾਈ ਰੂਪੇ ਨੂੰ ਇਵੇਂ ਲੱਗਿਆ ਜਿਵੇਂ ਕਿਸੇ ਨੇ ਅੰਮ੍ਰਿਤ ਜਾਲੀ ਪਾ ਦਿੱਤਾ ਹੋਵੇ, ਕਿ ਜਿਵੇਂ ਮਰਦੇ ਹੋਏ ਨੂੰ ਕਿਸੇ ਨੇ ਜਵਾਈ ਦਿੱਤਾ ਹੋਵੇ। ਦੋਨੋਂ ਖਰੇ ਦੂਰ ਕਰ ਜੋਰੇ, ਗੁਰ ਹੈ ਪ੍ਰੇਰ ਗਏ ਤਿਨ ਔਰੇ। ਦੋਵੇਂ ਜਿਨ੍ਹਾਂ ਤੋਂ ਬਹਿਣਾ ਔਖਾ ਸੀ, ਜਿਨ੍ਹਾਂ ਤੋਂ ਸਾਹ ਲੈਣਾ ਵੀ ਇੱਕ ਤਰ੍ਹਾਂ ਦਾ ਔਖਾ ਹੋਇਆ ਸੀ, ਬੇਹੋਸ਼ ਹੀ ਪਏ ਸਨ, ਉੱਠ ਕੇ ਖਲੋ ਗਏ। ਦੂਰੋਂ ਸਤਿਗੁਰੂ ਜੀ ਨੇ ਹੱਥ ਜੋੜੇ ਨੇ, ਨਮਸਕਾਰ ਕੀਤੇ ਔਰ ਗੁਰੂ ਸਾਹਿਬ ਜੀ ਨੂੰ ਫਿਰ ਘੋੜੇ ਨੂੰ ਤੋਰਿਆ। ਭਾਈ ਰੂਪੇ ਤੇ ਸਾਧੂ ਦੇ ਕੋਲ ਆਏ ਨੇ। ਬਾਰ ਬਾਰ ਬਚ ਬਦਨ ਬਖਾਨੇ, ਹਮਕੋ ਲੱਗੇ ਤ੍ਰਿਖਾ ਮਹਾਨੇ। ਔਰ ਗੁਰੂ ਸਾਹਿਬ ਜੀ ਨੇ ਬਾਰ ਬਾਰ ਉਹ ਗੱਲ ਪਰਤ ਕੇ ਕਹੀ ਕਿ ਭਾਈ ਸਾਧੂ ਭਾਈ ਰੂਪੇ ਸਾਨੂੰ ਬੜੀ ਪਿਆਸ ਲੱਗੀ, ਛੇਤੀ ਕਰੋ ਜਲ ਛਕਾਓ। ਖੋਜ ਰਹੇ ਜਲ ਕਤੁ ਨ ਪਾਇਓ, ਜੇਠ ਦੁਪਹਿਰੇ ਬਹੁਤ ਤਪਤਾਇਓ। ਕਿ ਭਾਈ ਜੇਠ ਦਾ ਮਹੀਨਾ ਹੈ, ਦੁਪਹਿਰ ਬੜੀ ਤਪ ਰਹੀ ਹੈ। ਇਸ ਦੁਪਹਿਰ ਦੇ ਵਿੱਚ ਅਸੀਂ ਕਦੇ ਦੇ ਜਲ ਲੱਭਦੇ, ਜਲ ਸਾਨੂੰ ਕਿਤੋਂ ਮਿਲੇ ਹੀ ਨਹੀਂ। ਗਏ ਸਮੀਪ ਦੌਣ ਪੱਗ ਪਰੇ, ਪ੍ਰਭ ਜੇ ਜਲ ਸੋ ਤਿਆਰ ਹਮ ਕਰੇ। ਦੋਵੇਂ ਗਏ ਸਤਿਗੁਰੂ ਦੇ ਚਰਨਾਂ ਵਿੱਚ, ਇੱਕ ਖੱਬੇ ਪਾਸੋਂ ਇੱਕ ਖੱਬੇ ਪਾਸਿਓਂ। ਪਿਓ ਪੁੱਤਰਾਂ ਨੇ ਗੁਰੂ ਸਾਹਿਬ ਦੇ ਚਰਨ ਫੜ ਲਏ ਕਿ ਪ੍ਰਭੂ ਜੀ ਪਿਆਸ ਨਹੀਂ, ਤੁਹਾਨੂੰ ਪ੍ਰੇਮ ਖਿੱਚ ਕੇ ਲਿਆਇਆ ਔਰ ਅਸੀਂ ਤੇ ਜਲ ਆਪ ਜੀ ਵਾਸਤੇ ਪਹਿਲੋਂ ਤਿਆਰ ਕਰਕੇ ਰੱਖਿਆ ਹੋਇਆ ਹੈ। ਤੁਸੀਂ ਸਾਡੇ ਭਰੋਸੇ ਨੂੰ ਬੂਰ ਪਾਇਆ। ਸਤਿਗੁਰੂ ਜੀ ਸਾਡੀ ਅਰਦਾਸ ਸੁਣੀ ਹੈ। ਕੁੰਨਾ ਜੰਡ ਬ੍ਰਿਸ਼ ਲਟਕਾਇਓ, ਲਗ ਲੋਵਾ ਅਤੇ ਹੀ ਸਿਤ ਲਾਇਓ। ਸਤਿਗੁਰੂ ਜੀ ਉਹ ਦੇਖੋ ਸਾਹਮਣੇ ਛੋਟੀ ਜਿਹੀ ਮਸ਼ਕ ਜਲ ਦੇ ਨਾਲ ਭਰੀ ਹੋਈ ਹੈ। ਅਸੀਂ ਜੰਡ ਦੇ ਨਾਲ, ਰੁੱਖ ਦੇ ਨਾਲ ਲਟਕਾਈ ਹੈ। ਚੱਲਦੀ ਤਾਂ ਲੋਹ ਹੈ, ਗਰਮ ਹਵਾ, ਪਰ ਇਹ ਤੁਹਾਡੀ ਖੇਡ ਹੈ, ਤੁਹਾਡੀ ਲੀਲਾ ਹੈ।
कि गर्म लोह दे नाल पानी कदे ठंडा नहीं होया, पर इधर गर्म लोह चलती और पानी इवें ठंडा है जिवें ठंडियां हवावां चलदियां होण। उचते आप के पानी जाना, भय त्रिखातुर करियो न पाना। और सतगुरु जी इन्ना निर्मल ठंडा जल जदों असीं देखिया, हथ लाया, बस मन दे विच विचार ही आ गई कि इहदे जल गुरु साहिब जी वास्ते लायक है, गुरु साहिब जी छकण। और सतगुरु जी असीं तुहानूं याद कीता, असीं जल नहीं छकिया कि पहलों गुरु साहिब जी छकणगे, हुण तां ही छकांगे। कहे रकाब सतगुरु अतारे, तन को बसन पृथ्वी पर डारे। भाई साधु ने घोड़े की रकाब फड़ी, सतगुरु जी नूं बेनती की, सतगुरु जी थले आओ। घोड़े तो थले उतारिया तो कोल जिवें दा कपड़ा सी वो सतगुरु जी दे बैठण वास्ते थले विछा दिता। हाथ जोर ऊपर बैठाए, पातन को डोना कर लियाए। हाथ जोड़ के सतगुरु जी ने उस कपड़े के उत्ते बिठाया, सतगुरु जी इत्थे बैठो, अज यही आसन कबूल करो। और सतगुरु जी चौंकड़ा मार के बैठे ने। जल छकाउण वास्ते फिर पत्तियां का एक डोड़ा लैके आए। देखो वो सतगुरु जी जिथे पहले आप सांझी करके आए कि कित्थे ते ठंडियां हवावां, ठंडा जल, वो ठंडक नूं छड्ड के आए ने। कित्थे भाई साईं दास वरे गुरु साहिब जी नूं चांदी के गिलास विच जल छकाउण वाले, ते सतगुरु जी का प्रेम हुण पत्तियां दे डोणे दे विच जल छकना है। और जदों डोड़ा भर के सतगुरु जी अगे कीता, तब रूपे जल तरे उतारा, पर डोना साधु कर धारा। पाए रूपे ने जल जिहड़ा है जंड दे उत्तों लाया, मशक लाई। डोड़ा भाई साधु ने फड़िया और भाई रूपे ने डोड़े नूं पानी दा भर दिता। श्री हर गोबिंद को पकरायो, करियो पान पुन बाक अलायो। वो डोड़ा सतगुरु जी नूं दिता और सतगुरु जी ने जदों उस डोणे दे विचों जल छकिया, जल छक लिया तो जल छक के फिर बचन कीते, जल ऐसो कब पियो न आगे, किन्हू न देनस कर अनुरागे। सतगुरु जी कहते हैं भाई ठंडा जल तो पहलों भी छकिया बड़ी वारी, हो सकता इस तो भी ठंडा होए, पर सच है कि इवें दा जल अज तो पहलों कदे नहीं छकिया। किन्हू न देनस कर अनुरागे, इन्ने प्यार दे नाल कदे छकाया ही नहीं, क्योंकि जिहड़ा प्यार दा स्वाद है ना वो बाहर दे पदार्थां विच नहीं आउंदा। जिथे प्यार होवे उत्थे ते भावें साग दे विच लूण भी ना होवे ते कहंदे बड़ा ही स्वाद है। इवें दा जल सचमुच अज तक किसी ने छकाया ही नहीं सी कि दो जाना जड़ियां ने बस इस तरह से भावें सवास ते निकल जाना, पर यह जल गुरु साहब ही छकणगे। इन्ना प्रेम, और सतगुरु जी कहंदे ने ऐसे प्रेम दे नाल ऐसा जल अज तक असीं नहीं छकिया, ना किसी छकाया। अदक त्रिखा कर पान मिटाई, अब तुम पियो जियो सुखदाई। सतगुरु जी कहते हैं भाई बड़ा ही शीतल पानी सी, और सानू सचमुच जिहड़ी प्यास है त्रिखा है बहुत लगी हुई सी। साडी त्रिखा साडी प्यास तो बुझ गई, तो सतगुरु जी कहते हैं भाई हुण ये जल तुसीं भी छक लो, तुसीं भी पियो। हिम यार शोरे मह तर रखा, अत शीतल करबे अभिलाखा। सतगुरु जी कहते हैं सच्ची गल है कि पानी तो इन्ना ठंडा है कि जिवें किसी शोरे दे विच किसी बर्फ दे विच भांडा रखिया होए, बहुता ठंडा है। इस जल सम हम कबहू न पियो, बारंबार सराहन कियो। सतगुरु जी ने फिर किया कि भाई मैं एवें नहीं कह रही, गल सच्ची है कि इवें दा जल असीं अज तक तो कदे नहीं पीता, और हो सकता है इवें दा जल कोई पियावे भी ना। ठंडा भी बहुत और उनका प्रेम जिहड़ा हो उस तो ज़्यादा सी। ये गुरु साहिब जी ने बार बार बचन कहे, पिता पुत्र गुर आयस पाए,
ਕਰਿਓ ਪਾਣ ਜਲ ਤ੍ਰਿਖਾ ਮਿਟਾਈ। ਹੁਣ ਦੋਵੇਂ ਪਿਓ ਪੁੱਤਰਾਂ ਨੂੰ ਗੁਰੂ ਸਾਹਿਬ ਜੀ ਨੇ ਜਦੋਂ ਕਿਹਾ ਕਿ ਜਲ ਛਕੋ, ਹੱਥ ਦੇ ਵਿੱਚ ਡੂਣੇ ਫਰੇ ਔਰ ਗੁਰੂ ਸਾਹਿਬ ਦੇ ਫਿਰ ਆਗਿਆ ਲਈ ਸਤਿਗੁਰੂ ਜੀ ਛਕ ਲਈਏ। ਔਰ ਸਤਿਗੁਰੂ ਜੀ ਪ੍ਰੇਮ ਦੇ ਨਾਲ ਦੋਵਾਂ ਡੂਣਿਆਂ ਨੂੰ ਆਪ ਹੱਥ ਲਾਉਂਦੇ ਨੇ, ਮੂੰਹ ਦੇ ਨਾਲ ਲਾਉਂਦੇ ਨੇ, ਭਾਈ ਹੁਣ ਤੇ ਛਕ ਲਓ। ਜਲ ਪੀ ਕੇ ਉਹਨਾਂ ਨੇ ਆਪਣੀ ਪਿਆਸ ਦੂਰ ਕੀਤੀ। ਹਰਖਤ ਪਾਉਨ ਕਰਨ ਪੁਣ ਲਾਗੇ, ਪੂਰਵ ਜਨਮ ਪੁੰਨ ਜਿਨ ਜਾਗੇ। ਜਲ ਛਕਾ ਕੇ ਜਲ ਛਕ ਕੇ ਬੜੇ ਪ੍ਰਸੰਨ ਹੋਏ ਕਿ ਸਾਡੇ ਤੇ ਕਿਸੇ ਪਿਛਲੇ ਜਨਮਾਂ ਦੇ ਕੀਤੇ ਹੋਏ ਪੁੰਨ ਜਾਗ ਪਏ ਨੇ ਕਿ ਸਾਨੂੰ ਐਸਾ ਸਮਰੱਥ ਗੁਰੂ ਮਿਲਿਆ ਹੈ। ਨਾਲੇ ਗੱਲਾਂ ਬਾਤਾਂ ਕਰਦੇ ਨੇ, ਨਾਲੇ ਗੁਰੂ ਸਾਹਿਬ ਜੀ ਨੂੰ ਹਵਾ ਚੱਲਦੇ ਨੇ। ਔਰ ਜੰਗਲ ਵਿੱਚ ਪੱਖੇ ਤੇ ਨਹੀਂ ਸਨ ਕਿ ਮੋਢੇ 'ਤੇ ਜਿਹੜਾ ਕੋਈ ਪਰਨਾ ਕੱਪੜਾ ਰੱਖਿਆ ਉਹਦੇ ਨਾਲ ਹੀ ਹਵਾ ਚੱਲਣ ਲੱਗ ਗਏ। ਇੱਥੇ ਕਵੀ ਸੰਤੋਖ ਸਿੰਘ ਜੀ ਨੇ ਇਹ ਅਧਿਆਇ ਖਤਮ ਕੀਤਾ ਗਿਆ, ਅਧਿਆਇ ਨੰਬਰ 20 ਇੱਥੋਂ ਸ਼ੁਰੂ ਕਰਦੇ ਫਿਰ ਲਿਖਦੇ ਨੇ। ਦੋਹਰਾ ਸਾਧੂ ਧਰ ਆਨੰਦ ਔਰ ਮਹਾਰਾਜ ਕਿਸ ਥਾਨ, ਵਿਚਰਤ ਹੋਤੇ ਸਮੀਪ ਕਿਤ ਕੀਨ ਪਾਣ ਜਲਿਆਨ। ਭਾਈ ਸਾਧੂ ਨੇ ਹੱਥ ਜੋੜ ਕੇ ਫਿਰ ਬੜੇ ਆਨੰਦ ਦੇ ਵਿੱਚ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਵੀ ਆਪ ਜੀ ਇੱਥੇ ਜੰਗਲਾਂ ਦੇ ਵਿੱਚ ਕਿਤੇ ਸ਼ਿਕਾਰ ਖੇਡਣ ਆਏ ਹੋ, ਕਿਉਂਕਿ ਸ਼ਸਤਰ ਦੇ ਕੋਲ ਕੋਈ ਵੀ ਨਹੀਂ ਸੀ। ਆਰਾਮ ਕਰਦੇ ਹੋਏ ਇੱਕਦਮ ਘੋੜੇ 'ਤੇ ਚੜ੍ਹ ਕੇ ਆ ਗਏ ਸਨ ਕਿ ਆਪ ਜੀ ਇੱਧਰ ਜੰਗਲਾਂ ਦੇ ਵਿੱਚੋਂ ਕਿੱਥੋਂ ਆਏ ਹੋ, ਕਿਤੇ ਨੇੜੇ ਸੋ ਕਿ ਏਡੇ ਛੇਤੀ ਆਪ ਜੀ ਨੇ ਆ ਕੇ ਜਲ ਛਕਿਆ, ਜਲ ਛਕਣ ਵਾਸਤੇ ਆਏ ਕਿਤੇ ਨੇੜੇ ਹੀ ਸੋ। ਉਚਿਤ ਆਪ ਕੇ ਹਮਨੇ ਜਾਨਾ, ਤੁਮ ਹਿਤ ਧਰਿਓ ਕਿਉ ਨਹਿ ਪਾਨਾ। ਭਾਈ ਸਾਧੂ ਜੀ ਕਹਿੰਦੇ ਨੇ ਸਤਿਗੁਰੂ ਜੀ ਇਹ ਜਲ ਅਸੀਂ ਸਮਝਿਆ ਕਿ ਇਹ ਉੱਤਮ ਹੈ ਔਰ ਆਪ ਜੀ ਦੇ ਪੀਣ ਦੇ ਯੋਗ ਹੈ। ਭਾਵੇਂ ਆਪ ਜੀ ਜਾਣਦੇ ਹੋ, ਪਰ ਸਤਿਗੁਰੂ ਜੀ ਅਸੀਂ ਜਲ ਇਸੇ ਕਰਕੇ ਨਹੀਂ ਸੀ ਛਕਿਆ ਕਿ ਆਪ ਜੀ ਆ ਕੇ ਪਹਿਲੋਂ ਛਕੋਗੇ। ਕਿਰਪਾ ਧਾਰ ਕਰ ਪੁਰਵੀ ਆਸ, ਦਾਸ ਜਾਣ ਕਰ ਪਹੁੰਚੇ ਪਾਸ। ਭਾਈ ਸਾਧੂ ਜੀ ਕਹਿੰਦੇ ਸਤਿਗੁਰੂ ਜੀ ਤੁਸੀਂ ਬੜੀ ਕਿਰਪਾ ਕੀਤੀ ਹੈ ਕਿ ਆਪਣੇ ਸੇਵਕਾਂ ਦੀ ਇਹ ਆਸ ਪੂਰੀ ਕਰ ਦਿੱਤੀ। ਆਪਣੇ ਦਾਸ ਜਾਣ ਕੇ, ਸਿੱਖ ਜਾਣ ਕੇ ਸਤਿਗੁਰੂ ਜੀ ਤੁਸੀਂ ਆਪ ਚੱਲ ਕੇ ਆਏ ਹੋ। ਸੁਣ ਸਤਿਗੁਰੂ ਬ੍ਰਿਤਾਂਤ ਬਖਾਨਾ, 30 ਕੋਸ ਹਮ ਕੀਨ ਪਿਆਨਾ। ਸਤਿਗੁਰੂ ਕਹਿੰਦੇ ਨੇ ਭਾਈ ਜਲ ਛਕਣ ਵਾਸਤੇ ਅਸੀਂ ਕੋਈ ਨੇੜੇ ਨਹੀਂ ਸਨ, 30 ਕੋਹ ਤੋਂ ਡਰੋਲੀ ਤੋਂ ਚੱਲ ਕੇ ਆਏ ਆ। ਭਾਈ ਸਾਈਂ ਦਾਸ ਦੇ ਘਰੋਂ ਇੰਨੇ ਦੁਪਹਿਰੇ ਸ਼ਿਖਰ ਦੁਪਹਿਰ ਗਰਮੀ, ਤੁਹਾਡਾ ਜਲ ਛਕਣ ਵਾਸਤੇ ਅਸੀਂ ਉੱਥੋਂ ਚੱਲ ਕੇ ਆਏ ਆ ਔਰ ਸਪੈਸ਼ਲ ਕੇਵਲ ਜਲ ਛਕਣ ਵਾਸਤੇ ਆਏ ਆ। ਤਾਏ ਪੀਵਣ ਨੀਰ ਤੁਮਾਰਾ, ਜੇਠ ਦੁਪਹਿਰੇ ਅਬ ਕਛ ਢਾਰਾ। ਸਤਿਗੁਰੂ ਕਹਿੰਦੇ ਨੇ ਭਾਈ ਇੰਨੀ ਦੁਪਹਿਰ ਦੇ ਵਿੱਚ ਤੁਸੀਂ ਖਿੱਚ ਪਾਈ, ਪੂਰੇ ਦੁਪਹਿਰ ਦੇ ਵਿੱਚ 30 ਕੋਹ ਚੱਲ ਕੇ ਆਏ ਆ। ਹੁਣ ਸਤਿਗੁਰੂ ਜੀ ਪਹੁੰਚੇ ਤੇ ਛਿਨ ਵਿੱਚ ਹੀ, ਪਰ ਇਹ ਤੇ ਸੱਚ ਨੇ 30 ਕੋਹ ਤੋਂ ਚੱਲ ਕੇ ਆਏ ਨੇ ਔਰ ਆ ਕੇ ਜਿਤਾਇਆ ਵੀ ਇਸੇ ਤਰ੍ਹਾਂ ਕਿ 30 ਕੋਹ ਦਾ ਪੈਂਡਾ ਤੈਅ ਕਰਕੇ ਆਏ, ਪਿਆਸ ਲੱਗੀ ਹੋਈ ਹੈ। ਸਤਿਗੁਰੂ ਜੀ ਕਹਿੰਦੇ ਹੁਣ ਤੇ ਚਲੋ ਥੋੜ੍ਹੀ ਜਿਹੀ ਦੁਪਹਿਰ ਢਲ ਗਈ ਹੈ, ਪਰ ਜਦੋਂ ਸਫ਼ਰ ਕੀਤਾ ਪੂਰੀ ਦੁਪਹਿਰ ਸੀ। ਕਾਰ ਤੇ ਖਾਨਣ ਕੀ ਅਬ ਤਿਆਗੋ, ਕਰੋ ਦੇਗ ਗੁਰੂ ਕੀ ਅਨਰਾਗੋ। ਤੇ ਸਤਿਗੁਰੂ ਜੀ ਨਾਲ ਬਖਸ਼ਿਸ਼ ਕਰਦੇ ਨੇ। ਭਾਈ ਸਾਧੂ, ਭਾਈ ਰੂਪਾ ਜੀ ਕਹਿੰਦੇ ਹੁਣ ਤਰਖਾਣੀ ਵਾਲੀ ਕਾਰ ਛੱਡੋ। ਤਰਖਾਣੀ ਵਾਲੀ ਕਾਰ ਸੀ ਨਾ, ਲੱਕੜ ਵੱਢਣੀ, ਉਹਨੂੰ ਸੁਕਾਉਣਾ, ਚੀਰਨਾ, ਫਿਰ ਉਹਦੇ ਮੰਜੇ ਬਣਾਉਣੇ ਜਾਂ ਉਹਦੇ ਤਖਤ ਬਣਾਉਣੇ, ਦਰਵਾਜ਼ੇ ਬਣਾਉਣੇ। ਕਹਿੰਦੇ ਇਹ ਕਾਰ ਛੱਡੋ। ਤੇ ਸਤਿਗੁਰੂ ਜੀ ਕਿਹੜੀ ਕਾਰ ਕਰੀਏ? ਕਹਿੰਦੇ ਕਰੋ ਦੇਗ ਗੁਰ ਕੀ ਅਨਰਾਗੋ, ਕਿ ਗੁਰੂ ਜੀ ਦਾ ਲੰਗਰ ਚਲਾਓ। ਹੁਣ ਦੇਖੋ ਲੰਗਰ ਜਿਹੜਾ ਚਲਾਉਣਾ ਹੈ, ਲੰਗਰ ਤਾਂ ਫਿਰ 24 ਘੰਟੇ ਚੱਲਦਾ ਹੈ ਨਾ। ਲੰਗਰ ਤੇ ਕੋਈ ਸਜਦਾ ਪੁੱਜਦਾ ਘਰ ਹੋਵੇ ਤੇ ਉਹ ਹੀ ਚਲਾ ਸਕਦਾ ਹੈ, ਔਰ ਜਿਨ੍ਹਾਂ ਨੇ ਲੱਕੜ ਵੱਢ ਕੇ ਉਹਦਾ ਕੁਝ ਬਣਾ ਕੇ ਗੁਜ਼ਾਰਾ ਕਰਨਾ ਹੈ, ਉਹਨਾਂ ਨੂੰ ਗੁਰੂ ਸਾਹਿਬ ਜੀ ਕਹਿੰਦੇ ਤੁਸੀਂ ਲੰਗਰ ਲਾਓ। ਹੁਣ ਗੁਰੂ ਸਾਹਿਬ ਜੀ ਨੇ ਬਿਨਾਂ ਮੰਗਿਆ, ਬਿਨਾਂ ਉਹਨਾਂ ਦੇ ਕੁਛ ਕਹਿਣ ਤੋਂ ਬਖਸ਼ਿਸ਼ਤ ਕਰ ਦਿੱਤੀ ਹੈ
कि तुहाडे कोल सब कुछ आएगा, तुसीं लंगर लाओ। हम प्रसन्न पर जाचन कीजै, आबे लाखत सुख पाए सो लीजै। इन्नी बख्शिश तो पहलू कर दी, लंगर तुसीं लाउणा है। फिर कहंदे असीं प्रसन्न बड़े हैं कि भाई साधु भाई रूपा जी तुसीं अज कुछ मंग लो। असीं चाहुंदे कि तुहाडी हर तरह की आस पूरी होवे, जो भी आस है, जो भी मंगोगे अज तुहानूं मिलेगा, मंग लवो। पिता पुत्र कर जोर उचारे, आने अपने दास उधारे। और दोवां प्यो पुत्रां ने मंगया कि हाथ जोड़े ते सतगुरु जी तुसीं आके साडा उद्धार कर दिता है, जल छक लिया है, तो साडे वास्ते तो इन्ना ही बड़ा है। साडे तुसीं साडे इन्नी किरपा की, साडी ते आस पहले पूरी होगी। तो जे सतगुरु जी फिर भी किरपा करना चाहुंदे हो तो एक मंग साडी है, दोवां ने इक्को मंग इकट्ठी मंगी। किहड़ी जी? देहो निज सिक्खे को अबदान, जिसते जन्म मरण दुख हान। सतगुरु जी साडी ते इक्को ही आस है कि ये जिहड़ी तुसीं सिक्खी दी दात बख्शी है, बस ये सिक्खी दी दात अपनी बख्श के रखी कि अंदरों स्वास ते भावें निकल जाण पर सिक्खी ना जाए। साडा जन्म मरण का दुख दूर कर दिता है आप जी ने। तुमरे चरण को होए प्रेम, बिसरे नह अब दाता शेम। ते भाई साधु जी हाथ जोड़ के कहते हैं सतगुरु जी फिर एक चीज़ होर मंगनी है। भाई रूपा जी मंगते ने सिक्खी, तो भाई साधु जी कहते हैं सतगुरु जी किरपा करो एक चीज़ होर मंगनी है। सतगुरु जी कहते हैं भाई मंगो। कहते तुहाडे चरनां दे नाल जिहड़ा प्रेम है ना, ये बस इस तरह बनया रहे, ये ना कदे कदे। और ये दो ही चीज़ां असीं वैसे मंगते नहीं। गुरु साहब तो मंगण वास्ते लिस्ट अरदासी सिंह नूं असीं बड़ी लंबी दे दिंदे आ, ये भी मिल जे, ये भी मिल जे। अरदास विच पढ़ भी लैंदे आ कि सिक्खां नूं सिक्खी दान। पर कदे विचार करके देखो, मैं तो कई बार बेनती भी की, अरदास करवाउण वाला सिक्खी मंगदा है जी? कित्थे मंगदा जी? पुत्र बाहर चला जाए, नौकरी मिल जाए, धी मिल जाए, गड्डी मिल जाए, पर सिक्खी कहंदे ते किसी होर नूं दे दो, सानूं थोड़ी चाहिदी। सतगुरु जी किरपा करन। भाई साधु कहंदे सतगुरु जी सिक्खी दी दात बख्श के रखियो, अपने चरनां दा प्रेम बस इस तरह बना के रखियो। जे देना ही चाहुंदे हो तो साडे ते किरपा करियो। तुमरे चरण को होए प्रेम, बिसरे नह कब दाता शेम। सानू मुक्ति का दाता साधु साडा सतगुरु कदे भुले ना। जो तुम टहल देहो हम ताई, करे देग नित बणो सहाई। सतगुरु जी जिहड़ी सेवा तुसीं सानू बख्शी असीं जरूर करांगे, ये नहीं कहा कि नहीं करनी, पर सतगुरु जी ये सेवा तो तां ही हो सकते जे तुसीं साडे मददगार होवोगे। करे देग नित, नित ही करांगे, ये नहीं कहा कि नहीं करनी, पहलों सानू कुछ दिओ। देग असीं नित ही करांगे, पर होवेगी तां जे तुसीं बणो सहाई, तुसीं मददगार होवोगे। हुण किहड़ी मदद मंगदे ने जी कि रुपया पैसा दे के जाओ? ये जिहड़ी मदद दोनों ने मंगनी है, ये रहिंदा प्रसंग आपां कल विचारांगे समय के मुताबक। इतनी बेनती प्रवान करनी जो हुई फुलों की किमा। आओ एक दो बारी रसना नूं करिए पवित्र जी, फिर समाप्ति है। वाहेगुरु 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 वाहेगुरु। वाहेगुरु 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 वाहेगुरु। वाहेगुरु वाहेगुरु।
ਕੀ ਫਤਿਹ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ, ਸਤਿਗੁਰ ਤਾਂ ਪਾਇਆ ਸਹਿਜ ਸਿਧਿ।